ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜੋਤ ਵੀ ਹੈ ਔਰ ਜੁਗਤ ਵੀ ਹੈ। ਔਰ ਜੋਤ ਔਰ ਜੁਗਤ ਹਮੇਸ਼ਾ ਪ੍ਰਗਟ ਹੁੰਦੇ ਨੇ, ਨਾ ਇਹਨਾਂ ਦਾ ਜਨਮ ਹੁੰਦਾ ਹੈ ਨਾ ਇਹਨਾਂ ਦੀ ਮੌਤ ਹੁੰਦੀ ਹੈ। ਜੋਤ ਔਰ ਜੁਗਤ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ। ਤੇ ਭੱਟ ਸਾਹਿਬਾਨ ਨੇ ਆਪਣੀ ਰਚਨਾ ਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਸਰੀਰ ਬਦਲ ਰਹੇ ਨੇ 10ਵੇਂ ਜਾਮੇ ਤੱਕ, ਜੋਤ ਉਹੀ ਹੈ। ਹੁਣ ਗੁਰੂ ਸਾਹਿਬ ਜੋਤ ਜਿੱਥੇ ਰੱਖਣਗੇ ਜੋਤ ਵੀ ਪ੍ਰਗਟ ਹੋਵੇਗੀ, ਜਿੱਥੇ ਜੁਗਤ ਰੱਖਣਗੇ ਉਹ ਵੀ ਪ੍ਰਗਟ ਹੋਵੇਗੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੁਗਤ ਨੂੰ ਖਾਲਸਾ ਪੰਥ ਦੇ ਵਿੱਚ ਰੱਖਦੇ ਨੇ, ਸ਼ਬਦ ਉੱਥੇ ਵੀ ਉਹ ਪ੍ਰਗਟ ਵਰਤਦੇ ਨੇ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਨਹੀਂ, ਜਨਮ ਦਾ ਵਿਰੋਧੀ ਸ਼ਬਦ ਮੌਤ ਹੈ। ਜਿੱਥੇ ਜਨਮ ਸ਼ਬਦ ਆਵੇਗਾ ਉੱਥੇ ਮੌਤ ਸ਼ਬਦ ਆਵੇਗਾ। ਅਸੀਂ ਕਹਿ ਦਿੰਦੇ ਹਾਂ ਕਿ ਖਾਲਸੇ ਦਾ ਸਾਜਨਾ ਦਿਹਾੜਾ ਮਨਾ ਰਹੇ ਹਾਂ। ਜਿੱਥੇ ਸਾਜਨਾ ਸ਼ਬਦ ਆਵੇਗਾ ਉੱਥੇ ਢਹਿ ਜਾਣਾ ਆਵੇਗਾ। ਪਰ ਗੁਰੂ ਸਾਹਿਬ ਨੇ ਇਹ ਦੋਵੇਂ ਸ਼ਬਦ ਨਹੀਂ ਵਰਤੇ। ਗੁਰੂ ਸਾਹਿਬ ਨੇ ਕਿਹਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸੇ ਦੇ ਵਿੱਚ, ਪੰਥ ਦੇ ਵਿੱਚ ਆਪਣੀ ਜੁਗਤ ਨੂੰ ਪ੍ਰਗਟ ਕਰ ਦਿੱਤਾ ਤੇ ਇਸ ਪ੍ਰਗਟ ਕੀਤੀ ਜੁਗਤ ਦੇ ਨਾਲ ਜੋੜ ਦਿੱਤਾ ਜੋਤ ਨੂੰ। ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਖੜੇ ਹੋ ਕੇ ਕਹਿੰਦੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸ਼ਬਦ ਇੱਥੇ ਵੀ ਪ੍ਰਗਟ ਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਜੋਤ ਨੇ, ਖਾਲਸਾ ਪੰਥ ਪ੍ਰਗਟ ਜੁਗਤ ਹੈ। ਔਰ ਜੋਤ ਔਰ ਜੁਗਤ ਦਾ ਕਦੀ ਵੀ ਵਿਨਾਸ਼ ਨਹੀਂ ਹੁੰਦਾ, ਕਿਉਂਕਿ ਇਹ ਅਕਾਲ ਪੁਰਖ ਦੀ ਮੌਜ ਦੇ ਵਿੱਚ ਪ੍ਰਗਟ ਹੁੰਦੇ ਨੇ। ਇਸੇ ਕਰਕੇ ਨਾ ਗੁਰੂ ਗ੍ਰੰਥ ਦਾ ਤੇ ਨਾ ਖਾਲਸਾ ਪੰਥ ਦਾ ਕਦੀ ਵੀ ਜੋਤੀ ਜੋਤ ਦਿਹਾੜਾ ਨਹੀਂ ਮਨਾਇਆ ਜਾ ਸਕਦਾ। ਖਾਲਸਾ ਪੰਥ ਔਰ ਗੁਰੂ ਗ੍ਰੰਥ ਸ਼ਬਦ ਦੇ ਨਾਲ ਕਦੀ ਵੀ ਜੋਤੀ ਜੋਤ ਸ਼ਬਦ ਨਹੀਂ ਲੱਗ ਸਕਦਾ, ਕਿਉਂਕਿ ਇਹਨਾਂ ਦਾ ਸੰਬੰਧ ਨਾ ਜਨਮ ਦੇ ਨਾਲ ਹੈ ਨਾ ਸਾਜਣ ਦੇ ਨਾਲ ਹੈ, ਇਹਨਾਂ ਦਾ ਸੰਬੰਧ ਪ੍ਰਗਟ ਹੋਣ ਦੇ ਨਾਲ ਹੈ। ਜੋਤ ਔਰ ਜੁਗਤ ਪਰਮਾਤਮਾ ਦੇ ਹੁਕਮ ਦੇ ਵਿੱਚ ਗੁਰੂ ਸਾਹਿਬ ਨੇ ਪ੍ਰਗਟ ਕੀਤੇ ਨੇ ਤੇ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤੀ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀ ਰਚਨਾ ਦੇ ਵਿੱਚ ਬਹੁਤ ਪਿਆਰੇ ਸ਼ਬਦਾਂ ਦੇ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ ਕੁਝ ਫਾਰਸੀ ਦੇ ਸਰੋਤ ਨੇ, ਉਹਨਾਂ ਸਰੋਤਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਿਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ, ਜਿਹੜਾ ਸੰਦੇਸ਼ ਹੈ ਉਹ ਆਪਣੇ ਆਪ 'ਚ ਬੜਾ ਅਹਿਮ ਹੈ। ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਗੁਰੂ ਸਾਹਿਬ ਨੇ ਬਤੌਰ ਗੁਰੂ ਸੰਗਤਾਂ ਨੂੰ ਸੰਦੇਸ਼ ਦਿੱਤਾ ਹੈ, ਉਸ ਦਾ ਜ਼ਿਕਰ ਫਾਰਸੀ ਦੇ ਲਿਖਾਰੀ ਮੋਹਸਿਨ ਫਾਨੀ ਨੇ ਆਪਣੀ ਕਿਤਾਬ ਦਬਸਤਾਨੇ ਮਜ਼ਾਹਿਬ ਦੇ ਵਿੱਚ ਵੀ ਕੀਤਾ। ਉਸ ਦਾ ਜ਼ਿਕਰ ਸਾਨੂੰ ਉਸ ਸਮੇਂ ਦੇ ਫਾਰਸੀ ਸਰੋਤਾਂ ਦੇ ਵਿੱਚ ਵੀ ਮਿਲਦਾ ਹੈ ਤੇ ਸਿੱਖ ਇਤਿਹਾਸ ਦੇ ਸਰੋਤਾਂ ਦੇ ਵਿੱਚ ਵੀ ਮਿਲਦਾ ਹੈ। ਉਹ ਸੰਦੇਸ਼ ਬੜਾ ਅਹਿਮ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਹਰ ਸਿੱਖ ਊਰਜਾ ਦਾ ਸੋਮਾ ਹੈ ਤੇ ਤੁਸੀਂ ਉਹ ਊਰਜਾ ਦੇ ਸੋਮੇ ਹੋ। ਬੇਸ਼ੱਕ ਤੁਸੀਂ ਥੋੜੇ ਹੋ, ਪਰ ਤੁਹਾਡੀ ਆਪਣੀ ਅਹਿਮੀਅਤ ਜਿਹੜੀ ਹੈ ਉਹ ਇੱਕ ਮਾਚਿਸ ਦੀ ਤੀਲੀ ਵਰਗੀ ਹੈ, ਜਿਹੜੀ ਜੰਗਲ ਨੂੰ ਫੂਕ ਕੇ ਸੁਆਹ ਕਰ ਸਕਦੀ ਹੈ। ਪਰ ਤੁਹਾਡੇ ਵਿੱਚ ਜਿਹੜੀ ਅਗਨੀ ਹੈ ਰੋਹ ਦੀ, ਉਸ ਤੀਲੀ ਤੋਂ ਕਿਤੇ ਵੱਧ ਹੋਵੇਗੀ, ਕਿਉਂਕਿ ਤੁਹਾਡੇ ਹਿਰਦੇ ਨੂੰ ਤੱਤੀ ਤਵੀ ਦੇ ਉੱਪਰ ਸਾੜਿਆ ਗਿਆ। ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ, ਕਿ ਸਿੱਖਾਂ ਦੇ ਮਨਾਂ ਦੇ ਵਿੱਚ ਰੋਸ ਕਿੰਨਾ ਹੈ। ਉਹ ਜਿਹੜਾ ਰੋਸ ਹੈ ਉਸ ਨੇ ਇਬਾਦਤ ਤੇ ਸ਼ਹਾਦਤ ਦੇ ਸੰਕਲਪ ਨੂੰ ਸਾਵਾਂ ਕਰ ਦਿੱਤਾ ਹੈ। ਸਿੱਖ ਧਰਮ ਦੇ ਵਿੱਚ ਇਬਾਦਤ ਔਰ ਸ਼ਹਾਦਤ ਦੇ ਸੰਕਲਪ ਨੂੰ ਸਾਵਾਂ ਕਰ ਦਿੱਤਾ ਹੈ, ਬਰਾਬਰ ਕਰ ਦਿੱਤਾ ਹੈ। ਔਰ ਇਸ ਬਰਾਬਰਤਾ ਦੀ ਨੀਂਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਵੇਲੇ ਰੱਖ ਦਿੱਤੀ ਜਦੋਂ ਸਿੱਖ ਨੂੰ ਇਹ ਗੱਲ ਕਹਿ ਦਿੱਤੀ ਕਿ ਜਿਸ ਮਾਰਗ ਦੇ ਉੱਪਰ ਤੂੰ ਚੱਲਣ ਲੱਗਾ ਹੈ, ਇਹ ਮਾਰਗ ਤੇ ਪਿਆਰ ਦਾ ਹੈ, ਮਾਰਗ ਤੇ ਇਬਾਦਤ ਦਾ ਹੈ, ਪਰ ਇਹਦਾ ਅੰਤਮ ਨਿਸ਼ਾਨਾ ਸ਼ਹਾਦਤ ਵੀ ਹੋ ਸਕਦੀ ਹੈ। ਗੁਰੂ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ,
ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਗੱਲ ਇਬਾਦਤ ਦੀ ਸੀ। ਸ਼ੁਰੂ ਇਬਾਦਤ ਤੋਂ ਹੁੰਦੀ ਹੈ ਤੇ ਮਰਕਜ਼ ਸ਼ਹਾਦਤ ਵੀ ਹੋ ਸਕਦਾ ਹੈ। ਸਿਰ ਧਰ ਤਲੀ ਗਲੀ ਮੇਰੀ ਆਓ। ਇਬਾਦਤ ਤੇ ਸ਼ਹਾਦਤ ਦੋਵੇਂ ਇਕੱਠੇ ਕਰ ਦਿੱਤੇ। ਗੁਰਬਾਣੀ ਔਰ ਕੁਰਬਾਨੀ ਦੀ ਪਰੰਪਰਾ ਨੂੰ ਇਕਸਾਰ ਕਰ ਦਿੱਤਾ। ਇਹ ਗੱਲ ਵੱਖਰੀ ਗੱਲ ਹੈ ਕਿ ਹਿੰਦੁਸਤਾਨ ਦੇ ਬਹੁਤ ਸਾਰੇ ਹਿੰਦੂਤਵੀ ਮਤ ਤੋਂ ਜਿਹੜੇ ਪ੍ਰਭਾਵਿਤ ਲਿਖਾਰੀ ਸੀ, ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਨਹੀਂ ਸਕੇ। ਜਾਦੂਨਾਥ ਸਰਕਾਰ ਵਰਗਿਆਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਲਿਖ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਸੋਮਾ ਮੈਦਾਨੇ ਜੰਗ ਦੇ ਵਿੱਚ ਆ ਕੇ ਸੁੱਕ ਗਿਆ। ਸੁੱਕਿਆ ਨਹੀਂ, ਬਲਕਿ ਮੈਦਾਨੇ ਜੰਗ ਦੇ ਵਿੱਚ ਸਿੱਖਾਂ ਨੇ ਲਹੂ ਖੋਲ ਜਿਹੜੀ ਡੋਲਿਆ, ਉਹਦੇ ਵਿੱਚੋਂ ਇਬਾਦਤ ਤੇ ਸ਼ਹਾਦਤ ਦੇ ਸੰਕਲਪ ਦੇ ਵਿੱਚੋਂ ਸਿੱਖਾਂ ਦੀ ਰਾਜਸੀ ਸੱਤਾ ਦਾ ਸੰਕਲਪ ਪੈਦਾ ਕੀਤਾ। ਮੀਰੀ ਔਰ ਪੀਰੀ ਦੇ ਸਿਧਾਂਤ ਨੂੰ ਇੱਕ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ। ਮੈਂ ਫਿਰ ਇੱਥੇ ਪ੍ਰਗਟ ਸ਼ਬਦ ਵਰਤਿਆ ਕਿ 6ਵੇਂ ਪਾਤਸ਼ਾਹ ਨੇ ਮੀਰੀ ਔਰ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕੀਤਾ ਹੈ, ਪਰ ਸਾਹਿਤਕ ਸਰੋਤਾਂ ਦੇ ਵਿੱਚ ਮੀਰੀ ਔਰ ਪੀਰੀ ਸ਼ਬਦ ਦੀ ਜਿਹੜੀ ਸਭ ਤੋਂ ਪਹਿਲੀ ਵਰਤੋਂ ਹੈ ਜੇ ਕੀਤੀ ਹੈ ਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਤਾਂ ਇੱਥੋਂ ਦੇ ਲੋਕਾਂ ਨੇ ਕੀ ਕਿਹਾ? ਅੱਜ ਵੀ ਇਹੀ ਕੁਝ ਕਰਦੇ ਨੇ। ਮਿਜ਼ਾਈਲ ਦਾਗਣੀ ਹੁੰਦੀ ਹੈ, ਪਹਿਲਾਂ ਨਾਰੀਅਲ ਭੰਨਿਆ ਜਾਂਦਾ ਹੈ। ਕੋਈ ਨਵੀਂ ਚੀਜ਼ ਦੀ ਇਸ ਰਾਜ ਦੇ ਵਿੱਚ, ਇਸ ਰਾਜਸੀ ਸੱਤਾ ਨੇ ਸ਼ੁਰੂਆਤ ਕਰਨੀ ਹੁੰਦੀ ਹੈ, ਪਹਿਲਾਂ ਪੰਡਤਾਂ ਦੇ ਕੋਲੋਂ ਹਵਨ ਕਰਾਏ ਜਾਂਦੇ ਨੇ। ਮੈਂ ਤੇ ਹੈਰਾਨ ਹਾਂ, ਇੱਕ ਸ਼ਨੀਵਾਰ ਵਾਲੇ ਦਿਨ ਹਿੰਦੁਸਤਾਨ ਦੇ ਵਿੱਚ ਕਰੋੜਾਂ ਰੁਪਈਆਂ ਦੇ ਨਿੰਬੂ ਔਰ ਮਿਰਚਾਂ ਵਿਕ ਜਾਂਦੇ ਨੇ ਕਿ ਨਜ਼ਰ ਨਾ ਲੱਗ ਜਾਵੇ। ਤੇ ਮੈਂ ਸੋਚਦਾ ਹਾਂ ਕਿ ਹੋ ਸਕਦਾ ਦੇਵਤੇ ਨੂੰ ਨਿੰਬੂ ਤੇ ਮਿਰਚਾਂ ਪਸੰਦ ਹੋਣ, ਇਹਨਾਂ ਦਾ ਦੇਵਤਾ ਰੀਝ ਜਾਂਦਾ ਹੋਵੇ, ਪਰ ਦੇਵਤੇ ਨੂੰ ਵੀ ਮੂਰਖ ਬਣਾਉਣਾ ਸ਼ੁਰੂ ਕਰ ਦਿੱਤਾ। ਅੱਜ ਕੱਲ੍ਹ ਮਿਰਚਾਂ ਤੇ ਨਿੰਬੂ ਵੀ ਅਸਲੀ ਨਹੀਂ ਰਹੇ, ਉਹ ਵੀ ਚਾਈਨਾ ਦੇ ਬਣੇ ਪਲਾਸਟਿਕ ਦੇ ਨੇ ਜਿਹੜੇ ਗੱਡੀਆਂ ਤੇ ਘਰਾਂ 'ਚ ਟੰਗੇ ਜਾਂਦੇ ਨੇ। ਦੇਵਤੇ ਦੇ ਨਾਲ ਵੀ ਧੋਖਾ ਕੀਤਾ ਜਾ ਰਿਹਾ। ਹੋ ਸਕਦਾ ਇਹਨਾਂ ਦਾ ਦੇਵਤਾ ਮਿਰਚਾਂ ਔਰ ਨਿੰਬੂਆਂ ਦੇ ਉੱਪਰ ਰੀਝਦਾ ਹੋਵੇ, ਪਰ ਅੱਜ ਕੱਲ੍ਹ ਨਿੰਬੂ ਵੀ ਚਾਈਨਾ ਦੇ ਬਣੇ ਤੇ ਮਿਰਚਾਂ ਵੀ ਚਾਈਨਾ ਦੇ ਪਲਾਸਟਿਕ ਦੀਆਂ ਬਣੀਆਂ, ਉਹ ਘਰਾਂ 'ਚ ਟੰਗੀਆਂ ਜਾਂਦੀਆਂ ਨੇ। ਵੈਸੇ ਚੀਨ ਸਾਡਾ ਦੁਸ਼ਮਣ ਹੈ। ਹਿੰਦੁਸਤਾਨ ਦੀ ਰਾਜਸੀ ਸੱਤਾ ਦੀ ਪਰਿਭਾਸ਼ਾ 'ਚ ਵੇਖੋ ਤਾਂ ਕਹਿੰਦੇ ਚੀਨ ਸਾਡਾ ਵੱਡਾ ਦੁਸ਼ਮਣ ਹੈ, ਪਰ ਆਪਣੇ ਦੇਵਤੇ ਨੂੰ ਪ੍ਰਸੰਨ ਕਰਨ ਦੇ ਵਾਸਤੇ ਚੀਨ ਦੇ ਬਣੇ ਨਿੰਬੂ ਜਿਹੜੇ ਨੇ ਉਹ ਘਰਾਂ 'ਚ ਟੰਗਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੜਾ ਸਪਸ਼ਟ ਕੀਤਾ ਕਿ ਬਾਬਰ ਜਿਹੜਾ ਉਹ ਆਪਣੀ ਫੌਜ ਲੈ ਕੇ ਹਿੰਦੁਸਤਾਨ ਦੇ ਉੱਪਰ ਹਮਲਾਵਰ ਹੋਣ ਵਾਸਤੇ ਆ ਰਿਹਾ ਹੈ, ਤੇ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਕਿਹਾ ਮੁਕਾਬਲਾ ਕਰਨ ਦੀ ਲੋੜ ਨਹੀਂ, ਤੇਗਜ਼ਨ ਹੋਣ ਦੀ ਲੋੜ ਨਹੀਂ, ਸ਼ਮਸ਼ੀਰ ਦਸਤ ਹੋਣ ਦੀ ਲੋੜ ਨਹੀਂ। ਅਸੀਂ ਤਾਂ ਮੰਤਰ ਹੀ ਇੰਨੇ ਪੜ੍ਹਨੇ ਨੇ, ਅਸੀਂ ਤਾਂ ਜਗ ਹਵਨ ਹੀ ਇਹੋ ਜਿਹੇ ਕਰਨੇ ਨੇ ਕਿ ਤੁਹਾਨੂੰ ਮੈਦਾਨੇ ਜੰਗ 'ਚ ਜੂਝਣ ਦੀ ਲੋੜ ਨਹੀਂ। ਸਾਡੇ ਮੰਤਰਾਂ ਦੇ ਨਾਲ ਹੀ ਬਾਬਰ ਦੀ ਆਉਣ ਵਾਲੀ ਫੌਜ ਨੇ ਅੰਨੀ ਹੋ ਜਾਣਾ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਮੀਰੀ ਔਰ ਪੀਰੀ ਸ਼ਬਦ ਦੀ ਵਰਤੋਂ ਕੀਤੀ ਆਪਣੀ ਪਾਵਨ ਬਾਣੀ ਦੇ ਵਿੱਚ। ਕੋਟੀ ਹੂ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ। ਬਾਬਰ ਹਿੰਦੁਸਤਾਨ ਦੇ ਉੱਪਰ ਆਪਣੀ ਤਲਵਾਰ ਦੇ ਜ਼ੋਰ ਦੇ ਉੱਪਰ ਹਮਲਾਵਰ ਹੋ ਕੇ ਆ ਰਿਹਾ ਸੀ। ਇੱਥੋਂ ਦੇ ਲੋਕ ਮੰਤਰ ਪੜ੍ਹ ਰਹੇ ਸੀ। ਆਹ ਗੱਲ ਜ਼ਿਆਦਾ ਪੁਰਾਣੀ ਨਹੀਂ ਆ, ਸੰਨ 2000 ਦੀ ਗੱਲ ਹੈ। ਅਜੇ ਵੀ ਤੁਹਾਡੇ ਕੋਲ ਕਿਤੇ ਅਖਬਾਰਾਂ ਸਾਂਭੀਆਂ ਪਈਆਂ ਹੋਣਗੀਆਂ। ਦਿੱਲੀ ਦੇ ਵਿੱਚ ਇੱਕ ਬਾਂਦਰ ਆ ਗਿਆ ਸੀ। ਉਸ ਬਾਂਦਰ ਦੇ ਡਰ ਤੋਂ 69 ਬੰਦੇ ਜਿਹੜੇ ਜ਼ਖਮੀ ਹੋ ਗਏ ਕੋਠਿਆਂ ਤੋਂ ਛਾਲਾਂ ਮਾਰ ਕੇ। ਤੇ ਸਾਡੀ ਪਾਰਲੀਮੈਂਟ ਦੇ ਵਿੱਚ ਇੱਕ ਆਗੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਬਾਂਦਰ ਹੈ ਨਾ, ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਏਜੰਟ ਹੈ, ਹਿੰਦੁਸਤਾਨ 'ਚ ਭੇਜਿਆ ਗਿਆ। ਤੇ ਜਦੋਂ ਫਿਰ ਵੀ ਬਾਂਦਰ ਵੱਲ ਦੇ ਵਿੱਚ ਨਾ ਆਇਆ, ਫਿਰ ਅਖਿਲ ਭਾਰਤੀ ਅਧਿਵਕਤਾ ਪ੍ਰੀਸ਼ਦ ਇੱਕ RSS ਦੀ ਸੰਸਥਾ ਹੈ, ਇਹਨਾਂ ਨੇ ਦਿੱਲੀ ਦੇ ਵਿੱਚ ਜੱਗ ਕਰਕੇ ਅਰਦਾਸ ਕੀਤੀ ਹੈ, ਬਾਂਦਰ ਮਹਾਰਾਜ ਅਸੀਂ ਤੇਰੇ ਡਰ ਤੋਂ ਬੜੇ ਭੈ ਭੀਤ ਹੈ, ਕਿਰਪਾ ਕਰਕੇ ਇਸ ਸ਼ਹਿਰ ਨੂੰ ਛੱਡ ਕੇ ਕਿਸੇ ਹੋਰ ਸ਼ਹਿਰ 'ਚ ਚਲੇ ਜਾ। ਇੱਕ ਬਾਂਦਰ ਦੇ ਅੱਗੇ ਵੀ ਜੱਗ ਤੇ ਹਵਨ ਕੀਤੇ ਜਾ ਰਹੇ ਨੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਾਡੇ ਸਾਹਮਣੇ ਇਹ ਸੰਕਲਪ ਰੱਖ ਦਿੱਤਾ ਕਿ ਮੀਰੀ ਔਰ ਪੀਰੀ ਦੇ ਵਿੱਚ ਤਵਾਜ਼ਨ ਦੀ ਬੜੀ ਲੋੜ ਹੈ। ਜਿਸ ਦੇ ਕੋਲ ਮੀਰੀ ਹੈ, ਰਾਜਸੀ ਸੱਤਾ ਹੈ, ਜੇਕਰ ਉਹਦੇ ਕੋਲ ਪੀਰੀ ਨਹੀਂ ਹੋਵੇਗੀ, ਧਾਰਮਿਕ ਸੱਤਾ ਨਹੀਂ ਹੋਵੇਗੀ, ਉਹ ਜ਼ੁਲਮੀ ਹੋ ਜਾਵੇਗਾ।
ਤੇ ਜਿਸ ਦੇ ਕੋਲ ਧਾਰਮਿਕ ਸੱਤਾ ਹੈ, ਜੇ ਉਹਦੇ ਕੋਲ ਰਾਜਸੀ ਸੱਤਾ ਦੀ ਸ਼ਕਤੀ ਨਹੀਂ ਹੋਵੇਗੀ, ਉਹ ਕਾਇਰ ਹੋ ਜਾਵੇਗਾ। ਤੇ ਫਿਰ ਇਹ ਜਿਹੜੀਆਂ ਦੋ ਚੀਜ਼ਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖੀਆਂ, ਇਹਨਾਂ ਨੂੰ ਪ੍ਰਗਟ ਕੀਤਾ ਹੈ ਛੇਵੇਂ ਪਾਤਸ਼ਾਹ ਨੇ।